ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਗੁਰੂ ਜੀ ਸ੍ਰੀ ਹਰਗੋਬਿੰਦਪੁਰ ਆਣ ਕੇ ਆਪਣੇ ਯੋਧਿਆਂ ਨੂੰ ਯੁੱਧ ਦਾ ਅਭਿਆਸ ਅਤੇ 2 ਵੇਲੇ ਦੀਵਾਨ ਲਗਾ ਕੇ ਸਿੱਖ ਸੇਵਕਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਦੇ ਅਤੇ ਯੋਧਿਆਂ ਦੇ ਯੁੱਧ ਅਭਿਆਸ ਨਮਿਤ ਬਿਆਸਾ ਨਦੀ ਦੇ ਕਿਨਾਰੇ ਸ਼ਿਕਾਰ ਕਰਕੇ ਅਨੇਕ ਜਾਨਵਰਾਂ ਦੀ ਮੁਕਤੀ ਕਰਦੇ। ਇਸ ਤਰ੍ਹਾਂ ਕੌਤਕ ਕਰਦਿਆਂ ਨੂੰ ਜਦ ਦੀਵਾਲੀ ਦਾ ਸਮਾਂ ਨੇੜੇ ਆ ਗਿਆ ਤਾਂ ਭਾਈ ਗੁਰਦਾਸ ਜੀ ਅਤੇ ਭਾਈ ਬਿਧੀ ਚੰਦ ਜੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਪਾਸ ਦੀਵਾਲੀ ਦਾ ਮੇਲਾ ਕਰਨ ਵਾਸਤੇ ਅੰਮ੍ਰਿਤਸਰ ਆ ਗਏ। ਸ਼ਹਿਰ ਦੇ ਸਭ ਲੋਕ ਆਪ ਜੀ ਦੇ ਦਰਸ਼ਨ ਕਰਨ ਆਏ ਅਤੇ ਖੁਸ਼ੀਆਂ ਪ੍ਰਾਪਤ ਕਰਕੇ ਨਿਹਾਲ ਹੋਏ। ਉਪਰੰਤ ਗੁਰੂ ਜੀ ਨੇ ਇੱਕ ਸਿੱਖ ਨੂੰ ਗੋਇੰਦਵਾਲ ਭੇਜ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗੋਇੰਦਵਾਲ ਤੋਂ ਮੰਗਵਾ ਲਿਆ। ਉਧਰੋਂ ਪੈਂਦੇ ਖਾਂ ਵੀ ਆਪਣੇ ਪਿੰਡ ਤੋਂ ਆ ਗਿਆ। ਦੀਵਾਲੀ ਦੇ ਮੇਲੇ ਉੱਤੇ ਬਹੁਤ ਸਿੱਖ ਸੰਗਤਾਂ ਦੂਰ ਦੂਰ ਤੋਂ ਆਈਆਂ ਅਤੇ 5-6 ਦਿਨ ਬਹੁਤ ਰੌਣਕਾਂ ਲੱਗੀਆਂ ਰਹੀਆਂ। ਇੱਕ ਦਿਨ ਗੁਰੂ ਜੀ ਪਾਸ ਪੱਟੀ ਦੇ ਰਹਿਣ ਵਾਲੀ ਮਾਈ ਦੇਸਾ ਨੇ ਬੇਨਤੀ ਕੀਤੀ ਕਿ ਮਹਾਰਾਜ, ਮੇਰੇ ਘਰ ਪੁੱਤਰ ਦੀ ਸੰਤਾਨ ਨਹੀਂ ਹੈ, ਕਿਰਪਾ ਕਰਕੇ ਮੈਨੂੰ ਇੱਕ ਪੁੱਤਰ ਬਖਸ਼ੋ। ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਅਤੇ ਕਿਹਾ ਕਿ ਮਾਈ, ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਹੈ। ਮਾਈ ਨਿਰਾਸ਼ ਹੋ ਕੇ ਬੈਠ ਗਈ। ਭਾਈ ਗੁਰਦਾਸ ਜੀ ਨੇ ਮਾਈ ਨੂੰ ਇਸ ਤਰ੍ਹਾਂ ਨਿਰਾਸ਼ ਬੈਠਿਆਂ ਵੇਖ ਕੇ ਜਦ ਕਾਰਨ ਪੁੱਛਿਆ ਤਾਂ ਮਾਈ ਨੇ ਦੱਸਿਆ ਕਿ ਗੁਰੂ ਜੀ ਪਾਸ ਮੈਂ ਪੁੱਤਰ ਦੀ ਦਾਤ ਲੈਣ ਵਾਸਤੇ ਬੇਨਤੀ ਕੀਤੀ ਸੀ, ਪਰ ਉਹਨਾਂ ਨੇ ਕਿਹਾ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ। ਭਾਈ ਜੀ ਨੇ ਮਾਈ ਨੂੰ ਕਿਹਾ, ਹੁਣ ਜਦ ਤੈਨੂੰ ਫੇਰ ਗੁਰੂ ਜੀ ਨੂੰ ਮਿਲਣ ਦਾ ਸਮਾਂ ਮਿਲੇ ਤਾਂ ਉਹਨਾਂ ਪਾਸੋਂ ਫਿਰ ਪੁੱਤਰ ਦੀ ਦਾਤ ਮੰਗ ਲਵੀਂ। ਜੇਕਰ ਗੁਰੂ ਜੀ ਫਿਰ ਇਹੀ ਕਹਿਣ ਕਿ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਤਾਂ ਕਹਿਣਾ, ਮਹਾਰਾਜ ਇੱਥੇ ਉੱਥੇ ਆਪ ਹੀ ਲਿਖਣ ਵਾਲੇ ਹੋ। ਜੇਕਰ ਅੱਗੇ ਨਹੀਂ ਲਿਖਿਆ ਤਾਂ ਹੁਣ ਇੱਥੇ ਹੀ ਲਿਖ ਦਿਓ, ਆਪ ਸਮਰੱਥ ਹੋ। ਦੂਸਰੇ ਦਿਨ ਜਦ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਜਾਣ ਲੱਗੇ ਤਾਂ ਮਾਈ ਦੇਸਾ ਨੇ ਕਾਹਲੀ ਨਾਲ ਅੱਗੇ ਹੋ ਕੇ ਕਿਹਾ, ਮਹਾਰਾਜ, ਕਿਰਪਾ ਕਰਕੇ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਕੇ ਮੇਰੀ ਆਸਾ ਪੂਰੀ ਕਰੋ। ਜਦ ਗੁਰੂ ਜੀ ਨੇ ਕਿਹਾ ਕਿ ਮਾਈ, ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਤਾਂ ਦੇਸਾ ਨੇ ਕਲਮ ਦੁਆਤ ਗੁਰੂ ਜੀ ਦੇ ਅੱਗੇ ਕਰਕੇ ਆਖਿਆ, ਸੱਚੇ ਪਾਤਸ਼ਾਹ, ਜੇਕਰ ਆਪ ਜੀ ਨੇ ਉੱਥੇ ਨਹੀਂ ਲਿਖਿਆ ਤਾਂ ਹੁਣ ਇੱਥੇ ਹੀ ਕਿਰਪਾ ਕਰਕੇ ਲਿਖ ਦਿਓ, ਕਿਉਂਕਿ ਇੱਥੇ ਉੱਥੇ ਆਪ ਹੀ ਲਿਖਣਹਾਰ ਹੋ। ਮਾਈ ਦੀ ਇਹ ਜੁਗਤੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਹੱਸ ਕੇ ਕਿਹਾ, ਮਾਈ, ਤੇਰੇ ਘਰ ਪੁੱਤਰ ਹੋਵੇਗਾ। ਦੇਸਾ ਨੇ ਇਹ ਬਚਨ ਸੁਣ ਕੇ ਗੁਰੂ ਜੀ ਦੇ ਅੱਗੇ ਕਲਮ ਦੁਆਤ ਕਰਕੇ ਕਿਹਾ, ਮਹਾਰਾਜ, ਇਹ ਬਚਨ ਮੇਰੇ ਹੱਥ ਉੱਤੇ ਲਿਖ ਦਿਓ ਤਾਂ ਮੇਰੇ ਮਨ ਨੂੰ ਸ਼ਾਂਤੀ ਹੋਵੇਗੀ। ਜਦ ਗੁਰੂ ਜੀ ਕਲਮ ਫੜ ਕੇ ਮਾਈ ਦੇ ਸੱਜੇ ਹੱਥ ਉੱਤੇ ਏਕਾ ਲਿਖਣ ਲੱਗੇ ਤਾਂ ਹੇਠੋਂ ਘੋੜੇ ਦੇ ਪੈਰ ਹਿਲਾਉਣ ਨਾਲ ਏਕੇ ਦੀ ਥਾਂ 7 ਅੰਕ ਲਿਖਿਆ ਗਿਆ। ਗੁਰੂ ਜੀ ਨੇ ਹੱਸ ਕੇ ਕਿਹਾ, ਮਾਈ, ਤੂੰ ਇੱਕ ਪੁੱਤਰ ਲੈਣ ਆਈ ਸੀ, ਪਰ ਸੁਭਾਵਕ ਹੀ 7 ਲਿਖੇ ਗਏ ਹਨ। ਹੁਣ ਤੇਰੇ ਘਰ 7 ਪੁੱਤਰ ਹੋਣਗੇ। ਦੇਸੋ ਮਾਈ ਗੁਰੂ ਜੀ ਦੀ ਮਹਿਮਾ ਕਰਦੀ ਹੋਈ ਖੁਸ਼ੀ ਖੁਸ਼ੀ ਆਪਣੇ ਘਰ ਪੱਟੀ ਆ ਗਈ। ਸ਼੍ਰੀ ਅਟਲ ਰਾਏ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਮਰਵਾਹੀ ਜੀ ਦੇ ਉਦਰ ਤੋਂ ਪੈਦਾ ਹੋਏ ਸਨ। ਆਪ ਜੀ ਬੜੇ ਹੋਣਹਾਰ ਅਤੇ ਉਦਾਰ ਚਿੱਤ ਸਨ। ਇੱਕ ਦਿਨ ਆਪ ਜੀ ਆਪਣੇ ਹਮ ਉਮਰ ਬੱਚਿਆਂ ਨਾਲ ਖੇਡ ਰਹੇ ਸਨ। ਜਦ ਸੰਧਿਆ ਹੋ ਗਈ ਤਾਂ ਸਾਰੇ ਬੱਚੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਰਾਤ ਸਮੇਂ ਇਹਨਾਂ ਦੇ ਸਾਥੀ ਇੱਕ ਲੜਕੇ ਮੋਹਨ ਨੂੰ ਸੱਪ ਨੇ ਡਸ ਲਿਆ। ਉਹ ਉੱਥੇ ਹੀ ਅਕਾਲ ਚਲਾਣਾ ਕਰ ਗਿਆ। ਉਸ ਦੀ ਖੇਡ ਦੀ ਮੀਟੀ ਯਾਨੀ ਕਿ ਉਸ ਦੀ ਵਾਰੀ ਮੋਹਨ ਦੇ ਸਿਰ ਰਹਿ ਗਈ। ਦੂਸਰੇ ਦਿਨ ਸਵੇਰੇ ਜਦ ਸ਼੍ਰੀ ਅਟਲ ਰਾਏ ਜੀ ਨੂੰ ਪਤਾ ਲੱਗਾ ਕਿ ਮੋਹਨ ਸੱਪ ਲੜਨ ਨਾਲ ਅਕਾਲ ਚਲਾਣਾ ਕਰ ਗਿਆ ਹੈ, ਤਦ ਆਪ ਜੀ ਉਸੇ ਸਮੇਂ ਦੂਸਰੇ ਬੱਚਿਆਂ ਨੂੰ ਨਾਲ ਲੈ ਕੇ ਮੋਹਨ ਦੇ ਘਰ ਚਲੇ ਗਏ ਅਤੇ ਮੋਹਨ ਦੇ ਗਲ ਵਿੱਚ ਆਪਣੀ ਖੁੰਡੀ ਪਾ ਕੇ ਆਖਿਆ, ਮੋਹਨ, ਉੱਠ ਕੇ ਸਾਡੀ ਮੀਟੀ ਦਿਓ, ਸੱਪ ਲੜਨ ਦੇ ਬਹਾਨੇ ਨਾ ਕਰੋ। ਬਾਬਾ ਜੀ ਦੇ ਇਸ ਬਚਨ ਨਾਲ ਮੋਹਨ ਉੱਠ ਕੇ ਬੈਠ ਗਿਆ ਅਤੇ ਉੱਠ ਕੇ ਨਾਲ ਤੁਰ ਪਿਆ। ਇਹ ਖਬਰ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਕੁਝ ਸਮੇਂ ਲਈ ਚੁੱਪ ਹੋ ਗਏ ਅਤੇ ਜਦ ਅਟਲ ਰਾਏ ਜੀ ਖੇਡ ਕੇ ਘਰ ਆਏ ਤਾਂ ਗੁਰੂ ਜੀ ਨੇ ਕਿਹਾ, ਬੇਟਾ,
ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ। ਤੁਸਾਂ ਮਰੇ ਹੋਏ ਬਾਲਕ ਨੂੰ ਜਿਵਾਉਣ ਵਾਲਾ ਜੋ ਕੰਮ ਕੀਤਾ ਹੈ, ਇਹ ਚੰਗਾ ਨਹੀਂ ਕੀਤਾ। ਹੁਣ ਚੰਗਾ ਇਹੀ ਹੈ ਕਿ ਜਗਤ ਵਿੱਚ ਜਾਂ ਤੁਸੀਂ ਰਹੋ ਅਤੇ ਜਾਂ ਅਸੀਂ ਰਹੀਏ। ਪਿਤਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ਼੍ਰੀ ਅਟਲ ਰਾਏ ਜੀ ਨਮਸਕਾਰ ਕਰਕੇ ਕੌਲਸਰ ਪਾਸ ਆਪਣੀ ਖੁੰਡੀ ਸਿਰ ਹੇਠਾਂ ਰੱਖ ਕੇ ਚਾਦਰ ਤਾਣ ਕੇ ਲੰਮੇ ਪੈ ਗਏ ਅਤੇ ਸਰੀਰ ਤਿਆਗ ਕੇ ਬੈਕੁੰਠ ਧਾਮ ਨੂੰ ਚਲੇ ਗਏ। ਅੱਸੂ ਵਦੀ 10 ਸੰਮਤ 1775 ਨੂੰ ਇਹ ਭਾਣਾ ਵਰਤਿਆ। ਆਪ ਜੀ ਦੇ ਸਰੀਰ ਤਿਆਗ ਜਾਣ ਦੀ ਖਬਰ ਜਦ ਸ੍ਰੀ ਗੁਰੂ ਜੀ ਨੂੰ ਹੋਈ ਤਾਂ ਆਪ ਜੀ ਪਰਿਵਾਰ ਅਤੇ ਸਿੱਖ ਸੇਵਕਾਂ ਸਹਿਤ ਉੱਥੇ ਪਹੁੰਚ ਗਏ ਅਤੇ ਚੰਦਨ ਦੀ ਚਿਖਾ ਤਿਆਰ ਕਰਕੇ ਸ੍ਰੀ ਅਟਲ ਰਾਏ ਜੀ ਦੇ ਸਰੀਰ ਦਾ ਸੰਸਕਾਰ ਉੱਥੇ ਹੀ ਜਿੱਥੇ ਆਪ ਜੀ ਨੇ ਸਰੀਰ ਤਿਆਗਿਆ ਸੀ ਕਰ ਦਿੱਤਾ। ਉਸ ਉਪਰੰਤ ਗੁਰੂ ਜੀ ਨੇ ਕਿਹਾ, ਹੇ ਪੁੱਤਰ, ਤੁਸੀਂ ਜਿਸਨੇ ਸਾਡੇ ਬਚਨਾਂ ਦਾ ਸਤਿਕਾਰ ਕਰਕੇ ਸਰੀਰ ਤਿਆਗ ਦਿੱਤਾ ਹੈ, ਤੇਰਾ ਸਾਰੇ ਲੋਕ ਵਿੱਚ ਮਾਣ ਕਰਨਗੇ। ਤੇਰਾ ਮੰਦਰ ਇਸ ਨਗਰੀ ਵਿੱਚ ਸਭ ਤੋਂ ਉੱਚਾ ਬਣੇਗਾ। ਇਸ ਨਗਰੀ ਦਾ ਤੂੰ ਸੂਬੇਦਾਰ ਅਖਵਾਏਂਗਾ। ਨੰਗੇ ਭੁੱਖੇ ਨੂੰ ਤੇਰੇ ਦਰ ਤੋਂ ਰੋਟੀ ਕੱਪੜਾ ਮਿਲੇਗਾ। ਉਪਰੰਤ ਗੁਰੂ ਜੀ ਨੇ ਸਭ ਨੂੰ ਭਾਣੇ ਵਿੱਚ ਰਹਿਣ ਦੇ ਬਚਨ ਕਰਕੇ ਧੀਰਜ ਦਿੱਤੀ। ਇੱਕ ਦਿਨ ਗੁਰੂ ਜੀ ਨੇ ਦੀਵਾਨ ਵਿੱਚ ਗੁਰਸਿੱਖੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚੋਂ ਇੱਕ ਤੁਕ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਪੜ੍ਹ ਕੇ ਕਿਹਾ, ਸਿੱਖ ਉਹੀ ਪੱਕਾ ਸਿੱਖ ਹੈ ਜਿਹੜਾ ਗੁਰੂ ਜੀ ਦੇ ਭਾਣੇ ਵਿੱਚ ਦ੍ਰਿੜ ਰਹੇ, ਗੁਰੂ ਜੀ ਦੇ ਸਿਦਕ ਭਰੋਸਾ ਰੱਖੇ, ਮਨ ਨੂੰ ਡੋਲਣ ਨਾ ਦੇਵੇ। ਜਦ ਇਸ ਗੱਲ ਦੀ ਗੁਰੂ ਜੀ ਨੂੰ ਖਬਰ ਹੋਈ ਤਾਂ ਆਪ ਜੀ ਨੇ ਕਿਹਾ, ਭਾਈ ਜੀ ਨੂੰ ਆਪਣੇ ਆਪ ਤੇ ਹੰਕਾਰ ਹੋ ਗਿਆ ਹੈ, ਜੋ ਸਾਰੀਆਂ ਬੁਰਾਈਆਂ ਦਾ ਮੂਲ ਹੈ, ਇਸ ਨੂੰ ਦੂਰ ਕਰਨਾ ਚਾਹੀਦਾ ਹੈ। ਭਾਈ ਜੀ ਨੇ ਨਿਸ਼ਚੇ ਨੂੰ ਪਰਖਣ ਵਾਸਤੇ ਗੁਰੂ ਜੀ ਨੇ ਇੱਕ ਦਿਨ ਭਾਈ ਜੀ ਨੂੰ ਕਿਹਾ ਕਿ ਆਪ ਸਾਡੇ ਵਾਸਤੇ ਕਾਬਲ ਤੋਂ ਚੰਗੇ ਘੋੜੇ ਖਰੀਦ ਕੇ ਲਿਆਓ, ਲੋੜ ਅਨੁਸਾਰ ਪੈਸੇ ਲੈ ਜਾਓ। ਇਸ ਹੁਕਮ ਅਨੁਸਾਰ ਭਾਈ ਗੁਰਦਾਸ ਖੱਚਰਾਂ ਉੱਤੇ ਰੁਪਈਆਂ ਦੀਆਂ ਗੁਰਜੀਆਂ ਲੱਦ ਕੇ ਆਪਣੀ ਹਿਫਾਜ਼ਤ ਵਾਸਤੇ ਕੁਝ ਸਿੱਖ ਯੋਧੇ ਨਾਲ ਲੈ ਕੇ ਕਾਬਲ ਨੂੰ ਘੋੜੇ ਖਰੀਦਣ ਚੱਲ ਪਿਆ। ਕੁਝ ਦਿਨ ਉਪਰੰਤ ਪਿਸ਼ਾਵਰ ਤੋਂ ਲੰਘ ਕੇ ਕਾਬਲ ਦੀ ਘੋੜ ਮੰਡੀ ਵਿੱਚ ਭਾਈ ਜੀ ਨੇ ਕੁਝ ਚੰਗੇ ਘੋੜੇ ਵੇਖ ਕੇ ਉਹਨਾਂ ਦਾ ਮੁੱਲ ਖਰਾ ਕਰ ਲਿਆ ਅਤੇ ਘੋੜਿਆਂ ਦੇ ਸੁਦਾਗਰਾਂ ਨੂੰ ਰੁਪਇਆ ਦੇਣ ਵਾਸਤੇ ਜਦ ਆਪਣੇ ਤੰਬੂ ਵਿੱਚ ਜਾ ਕੇ ਖੁਰਜੀਆਂ ਖੋਲ੍ਹੀਆਂ ਤਾਂ ਭਾਈ ਜੀ ਨੂੰ ਰੁਪਈਆਂ ਦੀ ਥਾਂ ਸਭ ਠੀਕਰੀਆਂ ਹੀ ਨਜ਼ਰ ਆਈਆਂ। ਇਹ ਵੇਖ ਕੇ ਭਾਈ ਜੀ ਬਹੁਤ ਘਬਰਾਏ ਕਿ ਹੁਣ ਇੱਥੋਂ ਛੁਟਕਾਰਾ ਕਿਸ ਤਰ੍ਹਾਂ ਹੋਵੇਗਾ। ਪਰਾਏ ਦੇਸ਼ ਵਿੱਚ ਆਣ ਕੇ ਫਸ ਗਏ ਹਾਂ, ਇੱਥੋਂ ਕੌਣ ਛੁਡਾਵੇਗਾ। ਇਸ ਤਰ੍ਹਾਂ ਦੀਆਂ ਸੋਚਾਂ ਸੋਚ ਕੇ ਭਾਈ ਜੀ ਉਹ ਰੁਪਈਆਂ ਦੀਆਂ ਖੁਰਜੀਆਂ ਜਿਹੜੀਆਂ ਉਹਨਾਂ ਨੂੰ ਠੀਕਰੀਆਂ ਨਜ਼ਰ ਆ ਰਹੀਆਂ ਸਨ, ਉੱਥੇ ਹੀ ਛੱਡ ਕੇ ਤੰਬੂ ਵਿੱਚੋਂ ਆਪਣਾ ਭੇਸ ਬਦਲ ਕੇ ਪਿੱਛੋਂ ਦੀ ਨਿਕਲ ਕੇ ਜੰਗਲਾਂ ਪਹਾੜਾਂ ਦੇ ਰਸਤੇ ਉੱਥੋਂ ਨਿਕਲ ਤੁਰੇ। ਕੁਝ ਸਮਾਂ ਉਡੀਕ ਕੇ ਜਦ ਤੰਬੂ ਅੰਦਰ ਜਾ ਕੇ ਭਾਈ ਜੀ ਦੇ ਸਾਥੀਆਂ ਸਿੱਖਾਂ ਨੇ ਵੇਖਿਆ ਕਿ ਰੁਪਈਆਂ ਦੀਆਂ ਖੁਰਜੀਆਂ ਖੁੱਲ੍ਹੀਆਂ ਪਈਆਂ ਹਨ, ਪਿੱਛੋਂ ਤੰਬੂ ਪਾਟਾ ਹੋਇਆ ਹੈ ਅਤੇ ਭਾਈ ਜੀ ਉੱਥੇ ਨੇੜੇ ਤੇੜੇ ਕਿਤੇ ਨਜ਼ਰ ਨਹੀਂ ਆਉਂਦੇ, ਤਾਂ ਉਹਨਾਂ ਨੇ ਰੁਪਈਆ ਗਿਣ ਕੇ ਸੁਦਾਗਰਾਂ ਨੂੰ ਘੋੜਿਆਂ ਦਾ ਮੁੱਲ ਤਾਰ ਦਿੱਤਾ ਅਤੇ ਆਪ ਭਾਈ ਜੀ ਦੀ ਹੋਰ ਦੇਖਭਾਲ ਕਰਕੇ ਘੋੜਿਆਂ ਨੂੰ ਲੈ ਕੇ ਅੰਮ੍ਰਿਤਸਰ ਆਣ ਕੇ ਸਾਰੀ ਵਾਰਤਾ ਗੁਰੂ ਜੀ ਨੂੰ ਦੱਸੀ। ਗੁਰੂ ਜੀ ਜਾਨੀ ਜਾਣ ਸਨ ਤਾਂ ਸਭ ਕੁਝ ਸਮਝ ਗਏ ਕਿ ਭਾਈ ਜੀ ਕਸੌਟੀ ਸਹਿ ਨਹੀਂ ਸਕੇ ਅਤੇ ਸਿਦਕ ਹਾਰ ਕੇ ਭੱਜ ਗਏ ਹਨ। ਪਰ ਭਾਈ ਜੇਠਾ, ਬਿਧੀ ਚੰਦ ਆਦਿ ਸਿੱਖ ਸਾਰੇ ਹੀ ਬੜੇ ਹੈਰਾਨ ਹੋਏ ਕਿ ਭਾਈ ਜੀ ਨੇ ਇਹ ਕੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।